ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਸਭ ਤੋਂ ਪਹਿਲਾਂ ਤੁਹਾਨੂੰ ਚੇਤਾ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਦਾ ਮੂੰਹ ਭੰਨਣ ਵਾਸਤੇ, ਜਿਹੜਾ ਕਿ ਤੁਸੀਂ ਕਾਫੀ ਹੱਦ ਤੱਕ ਭੰਨ ਵੀ ਦਿੱਤਾ ਪਹਿਲਾਂ ਹੀ, ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਡੀਓ ਨੂੰ ਵੇਖਣ ਤੋਂ ਬਾਅਦ ਲਾਈਕ ਜ਼ਰੂਰ ਕਰੋ ਅਤੇ ਇੱਥੇ ਕਮੈਂਟ ਜ਼ਰੂਰ ਕਰੋ। ਹੋ ਸਕੇ ਤੇ ਇਸ ਵੀਲਾਗ ਦੇ ਲਿੰਕ ਨੂੰ WhatsApp ਤੇ ਦੂਜੇ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਜ਼ਰੂਰ ਕਰੋ। ਪਾਕਿਸਤਾਨ ਦੇ ਵਿੱਚ ਇਸ ਵੇਲੇ ਕੰਪਨੀ ਨੇ ਦਗੜ ਦੱਲਿਆਂ ਦੀ ਆਪਸ ਦੇ ਵਿੱਚ ਹੀ ਰੇਸ ਲਾ ਦਿੱਤੀ ਹੋਈ ਹੈ। ਇੱਕ ਤੋਂ ਇੱਕ ਦਗੜ ਦੱਲਾ ਮਾਰਕੀਟ ਦੇ ਵਿੱਚ ਆ ਰਿਹਾ, ਆਵਾਮ ਦੇ ਅੱਗੇ ਆਪਣੀ ਢੋਲਕੀ ਪੇਸ਼ ਕਰਦਾ ਤੇ ਪਾਕਿਸਤਾਨੀ ਆਵਾਮ ਉਹਦੀ ਰੱਜ ਕੇ ਢੋਲਕੀ ਵੀ ਆਉਂਦੀ ਹੈ, ਉਸ ਤੋਂ ਬਾਅਦ ਉਹ ਗਾਇਬ ਹੋ ਜਾਂਦਾ। ਕੰਪਨੀ ਨੇ ਕਸਮ ਖਾਧੀ ਆ ਕਿ ਹਰ ਉਹ ਬੰਦਾ ਜਿਹਦੀ ਥੋੜੀ ਜਿਹੀ ਵੀ ਇੱਜ਼ਤ ਹੈ ਮਾਸ਼ਰੇ ਦੇ ਵਿੱਚ, ਉਹਨੂੰ ਲਾਂਚ ਕਰਕੇ ਜਿਹੜੀ ਉਹਦੀ ਰਹਿੰਦੀ ਖੁੰਦੀ ਇੱਜ਼ਤ ਆ ਨਾ, ਉਹ ਵੀ ਜ਼ਾਇਆ ਕਰਾਉਣੀ। ਸਭ ਤੋਂ ਪਹਿਲੇ ਕੰਪਨੀ ਨੇ ਲਾਇਆ ਐਟਮ ਬੰਬ ਵਾਲਾ ਮਿਰਜ਼ਾ। ਇਹ ਪਾਕਿਸਤਾਨ ਐਟਮਿਕ ਐਨਰਜੀ ਵਾਲਾ ਮਿਰਜ਼ਾ, ਇਹ ਜਨਾਬੇ ਵਾਲੀ ਬਾਬਿਆਂ ਦੀ ਇਹ ਤਾਬੜ ਤੋੜ ਬਾਬਿਆਂ ਤੇ ਹਮਲੇ ਕਰਦਾ ਸੀਗਾ। ਬਾਬਿਆਂ ਨੂੰ ਚਲੋ ਇਹਦੀ ਬਾਬਿਆਂ ਵਾਲੀ ਜਿਹੜੀ ਗੱਲ ਆ ਉਹਨਾਂ ਦੇ ਵਿੱਚ ਥੋੜਾ ਲੌਜਿਕ ਹੈ, ਸਮਝ ਵੀ ਆਉਂਦਾ, ਬੰਦਾ ਉਹਨੂੰ ਸਪੋਰਟ ਕਰਦਾ। ਅੱਛਾ, ਇਹਨੇ ਸੋਚਿਆ ਕਿ ਮੈਂ ਬਾਬਿਆਂ ਦੀ ਮੰਜੀ ਠੋਕ ਕੇ ਵੱਡੇ ਮੁਰਸ਼ਦ ਸਾਹਿਬ ਬਾਬੇ ਦੀ ਵੀ ਮੰਜੀ ਠੋਕ ਸਕਦਾ ਹਾਂ। ਉਹ ਮੁਰਸ਼ਦ ਜਿਹੜਾ ਅਡਿਆਲਾ ਜੇਲ੍ਹ ਦੇ ਵਿੱਚ ਬੈਠਾ, ਉਹ ਤੇ ਵੱਡਾ ਬਾਬਾ ਨਾ, ਉਹਦੀ ਤਾਂ ਨਹੀਂ ਨਾ ਮੰਜੀ ਹੁਣ ਠੋਕ ਸਕਦਾ ਸੀ। ਕੰਪਨੀ ਨੇ ਕਿਹਾ ਜੀ ਦੁਨੀਆ ਤਾਂ ਤੈਨੂੰ ਸੁਣਦੀ ਹੈ, ਦੁਨੀਆ ਤੈਨੂੰ ਮੰਨਦੀ ਆ, ਤੂੰ ਲਿਆਦਾ ਆਪਣਾ ਨਾ ਇਹਦੀ ਮੰਜੀ ਠੋਕ, ਆਪਣਾ ਜਿਹੜਾ ਆਪਣਾ ਬਾਬਾ ਅਡਿਆਲਾ ਜੇਲ੍ਹ ਵਾਲਾ। ਮੈਂ ਕਿਹਾ ਜੀ ਠੀਕ ਹੋ ਗਿਆ। ਅੱਛਾ, ਇਹਨੇ ਬਾਬੇ ਦੇ ਉੱਤੇ ਜ਼ਰਾ ਸਵਾਲ ਉਠਾਏ, ਬਾਬੇ ਦੇ ਉੱਤੇ ਉਂਗਲ ਚੁੱਕੀ ਹੈ ਤੇ ਪਾਕਿਸਤਾਨੀ ਆਵਾਮ ਪੈ ਗਈ। ਫਿਰ ਐਸੀ ਪਈ ਇਹਦੀ ਐਸੀ ਢੋਲਕੀ ਵਜਾਈ ਆ, ਇਹ ਲੋਕਾਂ ਦੇ ਬਾਬੇ ਛੱਡ ਕੇ ਆਪਣੇ ਪਿਓ ਨੂੰ ਵੀ ਬਾਬਾ ਕਹਿਣੋਂ ਹਟ ਗਿਆ। ਤੁਹਾਨੂੰ ਪਤਾ ਫਿਰ ਮੁਰਸ਼ਦ ਦੇ ਜਿਹੜੇ ਜਿੰਨੇ ਵੀ ਮੁਰੀਦ ਆ, ਮੰਜੀ ਠੋਕਣ ਵਾਲੇ ਤਾਂ ਕੋਈ ਕਸਰ ਨਹੀਂ ਛੱਡਦੇ। ਅੱਛਾ ਜੀ, ਮਿਰਜ਼ਾ ਸਾਹਿਬ ਨੂੰ ਗੰਦਿਆਂ ਕਰਕੇ ਕੰਪਨੀ ਨੇ ਕਿਹਾ ਜੀ ਹਜੇ ਵੀ ਸਾਨੂੰ ਸਕੂਨ ਨਹੀਂ ਆਇਆ। ਉਹਨਾਂ ਨੇ ਫਿਰ ਇੱਕ ਚਾਈਨਾ ਦਾ ਜਿਹੜਾ ਨਾ ਮੋਟੀਵੇਸ਼ਨਲ ਸਪੀਕਰ ਲਾਇਆ, ਜਨਾਬ ਕਾਸਮ ਅਲੀ ਸ਼ਾਹ ਸਾਹਿਬ। ਅੱਛਾ, ਇਹ ਵੀ ਬਚਪਨ ਤੋਂ ਅਸੀਂ ਸੁਣੇ ਆ ਰਹੇ ਸੀ ਜੀ, ਕਾਸਮ ਅਲੀ ਸ਼ਾਹ ਸੁਣੋ, ਜ਼ਿੰਦਗੀ ਚ ਅੱਗੇ ਵਧਣਾ ਤੇ ਕਾਸਮ ਅਲੀ ਸ਼ਾਹ ਸੁਣੋ। ਅੱਛਾ ਜੀ, ਤਾਂ ਸੁਣ ਲੈਂਦੇ ਆ, ਅਸੀਂ ਵੀ ਇਹਦੇ ਕੋਲ 2-4 ਖਿਤਾਬ ਸੁਣੇ। ਇਹਨੇ ਕਿਹਾ ਜੀ ਮੈਂ ਵੀ ਢਿੱਗ ਮਸ਼ਹੂਰ ਹੋ ਗਿਆ, ਤੇ ਜਿਹੜਾ ਮੋਟੀਵੇਸ਼ਨਲ ਸਪੀਕਰ ਬੈਠਾ ਆ ਅਡਿਆਲਾ ਜੇਲ੍ਹ ਦੇ ਵਿੱਚ, ਜਿਹਨੇ ਅਕਵਾਮੇ ਮੁਤਹਿਦਾ ਦੇ ਵਿੱਚ ਖੜੇ ਹੋ ਕੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਮੁਕੱਦਮਾ ਲੜਿਆ, ਇਹਨੇ ਕਿਹਾ ਮੈਂ ਉਸ ਤੋਂ ਵੀ ਵੱਡਾ ਮੋਟੀਵੇਸ਼ਨਲ ਸਪੀਕਰ। ਇਹਨੂੰ ਇਹ ਨਹੀਂ ਪਤਾ ਕਿ ਉਹ ਇਸ ਵੇਲੇ 25 ਕਰੋੜ ਆਵਾਮ ਦਾ ਮੋਟੀਵੇਸ਼ਨਲ ਸਪੀਕਰ ਆ। ਉਹ 25 ਕਰੋੜ ਆਵਾਮ ਨੂੰ ਅੱਗੇ ਲਾਈ ਬੈਠਾ, ਉਹ ਲੋਕ ਉਹਦੀ ਗੱਲ ਸੁਣਦੇ ਆ, ਉਹਦੀ ਗੱਲ ਦੇ ਵਿੱਚ ਮਾਰਫਤ ਹੁੰਦੀ ਹੈ। ਤੂੰ ਖੱਚਾਂ ਦੀ ਖੱਚ, ਚਵਲਾਂ ਦੀ ਚਵਲ। ਇਹਨੇ ਕਿਹਾ ਜੀ ਮੈਂ ਵੀ ਉਹਦੀ ਮੰਜੀ ਠੋਕਦਾ। ਇਹਨੇ ਜਨਾਬ 2-4 ਬਿਆਨ ਦਾਗੇ ਆ, ਬਸ ਫਿਰ ਬਿਆਨ ਦਾਗਣ ਦੀ ਦੇਰ ਸੀ, ਪਾਕਿਸਤਾਨੀ ਆਵਾਮ ਸ਼ੁਰੂ ਹੋ ਗਈ। ਉਹ ਫਿਰ ਇਹਦੀ ਜਿਹੜੀ ਤਸ਼ਰੀਫ ਸੀ ਉਹਦੇ ਨਾਲ ਪਾਕਿਸਤਾਨੀ ਕੌਮ ਨੇ ਅਖਰੋਟ ਭੰਨੇ ਆ, ਤੇ ਹੁਣ ਇਹ ਹਾਲਾਤ ਹੈ ਕਿ ਆਪਣੇ ਮੂੰਹ ਕਹਿੰਦਾ ਕਿ ਜੀ ਮੈਨੂੰ ਕੋਈ ਸ਼ੋਅ ਦੇ ਉੱਤੇ ਨਹੀਂ ਸਕਦਾ। ਅੱਛਾ ਜੀ, ਕੰਪਨੀ ਨੇ ਇਹਦਾ ਬੇੜਾ ਗਰਕ ਕਰਵਾਇਆ। ਫਿਰ ਕੰਪਨੀ ਨੂੰ ਫਿਰ ਨਾ ਸਕੂਨ ਆਇਆ, ਉਹਨੇ ਕਿਹਾ ਜੀ ਸ਼ਾਹਿਦ ਅਫਰੀਦੀ ਨੂੰ ਲਾਉਂਦੇ ਆ, ਕਿਉਂਕਿ ਸ਼ਾਹਿਦ ਅਫਰੀਦੀ ਦੀ ਬਹੁਤ ਵੱਡੀ ਫੈਨ ਫੋਲੋਇੰਗ ਆ। ਜਿਆਦਾ ਸ਼ਾਹਿਦ ਅਫਰੀਦੀ ਜਿਹੜਾ ਇਹਦੀ ਆਵਾਮ ਗੱਲ ਸੁਣੇਗੀ। ਉਹ ਸ਼ਾਹਿਦ ਅਫਰੀਦੀ ਕੋਲੋਂ ਵਕਤਨ ਫਵਕਤਨ ਚਵਲਾਂ ਮਰਵਾਈ ਜਾਣੀਆਂ, ਉਹਦੀ ਲਿੱਤਰ ਪਰੇਡ ਹੋਈ ਜਾਣੀ ਤੇ ਲੇਕਿਨ ਉਹ ਕੋਈ ਖਾਤਰ ਖਾ ਲਿੱਤਰ ਪਰੇਡ ਹੋਈ ਨਾ। ਤੁਹਾਨੂੰ ਪਤਾ ਜਦੋਂ ਤੱਕ ਬੰਦੇ ਦਾ ਨੱਕ ਜਾਂ ਮੂੰਹ ਨਾ ਭੱਜੇ ਖਾਤਰ ਖਾ, ਉਦੋਂ ਤੱਕ ਬੰਦਾ ਜਿਹੜਾ ਹੈ ਇਨਸਾਨ ਦਾ ਪੁੱਤਰ ਤੇ ਨਹੀਂ ਬਣਦਾ। ਹੁਣ ਇਮਰਾਨ ਰਿਆਜ਼ ਵਾਲਾ ਕੇਸ ਸੀਗਾ, ਉਹ ਤੇਰੀ ਗੱਲ ਇਮਰਾਨ ਰਿਆਜ਼ ਨਾਲ ਤੂੰ ਉਹਦੇ ਤੱਕ ਰੱਖ। ਉਹ ਜਦੋਂ ਖਾਨ ਸਾਹਿਬ ਦੇ ਛੱਟਿਆਂ ਨੂੰ ਹੱਥ ਪਾਇਆ ਤੇ ਕੌਮ ਨੇ ਕਰ ਲਿਆ ਲਮਾ। ਅੱਛਾ, ਫਿਰ ਖੁਦਾ ਦੀ ਮਾਰ ਵੀ ਐਸੀ ਹੈ, ਕਹਿੰਦੇ ਜਿਹਨੇ ਖਾਨ ਨੂੰ ਸਤਾਇਆ ਨਾ ਉਹਨੇ ਰਕਸ਼ਾ ਹੀ ਚਲਾਇਆ। ਉਧਰੋਂ ਹਜੇ ਤੂੰ ਇਹ ਲਾਂਤ ਇਸ ਗੱਲ ਤੇ ਹੋ ਰਹੀ ਸੀ ਕਿ ਤੂੰ ਖਾਨ ਦਾ ਨਾਮ ਕਿਉਂ ਲਿਆ, ਉਧਰੋਂ ਯਹੂਦੀਆਂ ਦੀ ਸਪੋਰਟ ਵਾਲੀ ਤਸਵੀਰ ਬਾਹਰ ਆ ਗਈ, ਮਰ ਗਿਆ ਥਾਂ ਦੇ ਉੱਤੇ। ਅੱਛਾ, ਆਪ ਗਾਲਾਂ ਖਾਧੀਆਂ, ਕੰਪਨੀ ਨੂੰ ਗਾਲਾਂ ਪਵਾਈਆਂ, ਜਿੰਨੀ ਵੀ ਨਾਲ ਦੀ ਆਵਾਮ ਸੀ ਸਾਰਿਆਂ ਨੂੰ ਗਾਲਾਂ ਪਵਾਈਆਂ, ਤੇ ਬਰਫ਼ ਦੇ ਵਿੱਚ ਲੱਗ ਗਿਆ। ਹੁਣ ਜਨਾਬੇ ਵਾਲੀ ਇੱਕ ਨਵਾਂ ਦਗੜ ਦੱਲਾ ਲਾਂਚ ਹੋਇਆ। ਇਸ ਦਗੜ ਦੱਲੇ ਦਾ ਨਾਮ ਆ ਸਾਹਿਲ ਅਦੀਨ। ਇਹ ਤੁਸੀਂ ਸਮਝ ਲਓ ਵੀ ਕਾਸਮ ਅਲੀ ਪਾਰਟ 2 ਆ। ਇਹਨੂੰ ਜਨਾਬੇ ਵਾਲੀ ਅੱਜ ਤੋਂ ਪਹਿਲੇ ਤਾਂ ਮੈਂ ਜਾਣਦਾ ਨਹੀਂ ਸੀ, ਮੈਂ ਇਹਦੀਆਂ 1-2 ਕੋਈ ਵੀਡੀਓ ਦੇਖੀਆਂ ਸੀਆਂ, ਉਹਦੇ ਵਿੱਚ ਵੀ ਚਗਲਾ ਮਾਰਦਾ ਸੀ ਪੁੱਠੀਆਂ। ਅੱਛਾ ਜੀ, ਇਹਨੇ ਹੁਣ ਖੜੇ ਹੋ ਕੇ ਉੱਥੇ ਗੱਲ ਕੀਤੀ। ਉਹਨੇ ਕਿਹਾ ਜੀ ਆਵਾਮ ਯੂਥ ਤੁਹਾਨੂੰ ਪਤਾ ਯੂਥ ਅੱਜ ਕੱਲ੍ਹ ਦੇ ਬੱਚੇ 14-15 ਸਾਲ ਦੇ, 16 ਸਾਲ ਦੇ, 17 ਸਾਲ ਦੇ ਇਮਰਾਨ ਖਾਨ ਨੂੰ ਫੋਲੋ ਕਰਦੇ, ਉਹਦੀਆਂ ਚੀਜ਼ਾਂ ਨੂੰ ਦੇਖਦੇ। ਜ਼ਾਹਰੀ ਗੱਲ ਆ, ਕੋਈ ਬੰਦਾ ਅੱਛਾ ਹੁੰਦਾ ਤੇ ਉਹਨੂੰ ਫੋਲੋ ਕਰਦੇ ਆ ਨਾ। ਹੁਣ ਕੋਈ ਡਿਬੇਟ ਤਾਂ ਕਰਦੇ ਨਹੀਂ। ਅੱਛਾ, ਉੱਥੇ ਖੜੇ ਹੋ ਕੇ ਕਹਿੰਦਾ ਜੀ ਤੁਸੀਂ ਇਮਰਾਨ ਖਾਨ ਨੂੰ ਕੀ ਜਾਣਦੇ? ਇਮਰਾਨ ਖਾਨ ਨੂੰ ਤਾਂ ਮੈਂ ਜਾਣਦਾ, ਕਿਉਂਕਿ ਮੈਂ ਉਹਦੀ ਕ੍ਰਿਕਟ ਦੇਖਦਾ ਰਿਹਾ। ਪਤਾ ਨਹੀਂ ਖਾਨ ਸਾਹਿਬ ਕਿਹੜੀ ਇਹਦੀ ਮਾਂ ਵਾਲੀ ਪਿੱਚ ਤੇ ਖੇਡਦੇ ਰਹੇ। ਅੱਛਾ ਜੀ, ਉਹਨੇ ਕਿਹਾ ਜੀ ਖਾਨ ਸਾਹਿਬ ਦਾ ਕੋਈ ਇੱਕ ਕੰਮ ਦੱਸ ਦਿਓ, ਤਾਂ ਨਾਲ ਹੀ ਉਹਨੇ ਫਿਰ ਡੰਡੀ ਮਾਰੀ। ਉਹਨੇ ਕਿਹਾ ਸ਼ੌਕਤ ਖਾਨਮ ਵਾਲੀ ਮੈਨੂੰ ਗੱਲ ਨਾ ਦੱਸਿਓ। ਅੱਛਾ ਜੀ, ਜੇ ਸ਼ੌਕਤ ਖਾਨ ਸਾਹਿਬ ਦੀਆਂ ਥੋੜ੍ਹੀਆਂ ਖਿਦਮਤਾਂ ਇਸ ਕੌਮ ਵਾਸਤੇ, ਖਾਨ ਸਾਹਿਬ ਨੇ ਪਾਕਿਸਤਾਨ ਦਾ ਪਹਿਲਾ ਕੈਂਸਰ ਹਸਪਤਾਲ ਬਣਾਇਆ। ਖਾਨ ਸਾਹਿਬ ਆਪਣਾ ਇੰਗਲੈਂਡ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਐਜ਼ ਅ ਵਾਈਸ ਚਾਂਸਲਰ ਰਹੇ ਆ। ਪਾਕਿਸਤਾਨ ਵਾਸਤੇ ਉਹਨਾਂ ਨੇ, ਪਾਕਿਸਤਾਨ ਕ੍ਰਿਕਟ ਵਾਸਤੇ ਢੇਰਾ ਕੰਮ ਕੀਤਾ। ਪਾਕਿਸਤਾਨ ਨੂੰ ਉਹਨੇ ਵਰਲਡ ਕੱਪ ਜਿਤਵਾਇਆ। ਹੋਰ ਇਸ ਤੋਂ ਇਲਾਵਾ ਬੜੇ ਕੰਮ ਨੇ।
ਉਹਨੇ ਭਾਈ ਜੀ ਖਤਮੇ ਨਬੂਵਤ ਦਾ ਮੁਕੱਦਮਾ ਲੜਿਆ, ਰਸੂਲ ਸਲਮ ਦੀ ਨਮੂਸ ਦਾ ਉਹਨੇ ਮੁਕੱਦਮਾ ਲੜਿਆ ਜਾ ਕੇ ਅਕਵਾਮੇ ਮੁਤਹਿਦਾ ਦੇ ਵਿੱਚ। ਇਹ ਚਗਲ ਖੱਚਾਂ ਦੀ ਖੱਚ ਘੰਟਾ ਬੋਲਣ ਦਾ $200 ਲੈਂਦੀ ਹੈ। ਇਹ ਲੱਖ ਲਾਨਤ ਹੈ ਵੀ, ਇਹ ਘੰਟਾ ਬੋਲਣ ਦਾ $200 ਲੈਂਦਾ ਤੇ ਗੱਲਾਂ ਹੀ ਕਰਦਾ ਜੀ ਫਲਸਤੀਨ ਵਿੱਚ ਮੇਰੇ ਬੱਚੇ ਮਰ ਰਹੇ। ਤਾਂ ਫਲਸਤੀਨ ਦੇ ਵਿੱਚ ਤੇ ਬੱਚੇ ਮਰਦੇ ਪਏ ਤੇ ਸਾਰੀ ਦੁਨੀਆ ਉਹਦੀ ਮਜ਼ਮਤ ਕਰ ਰਹੀ ਹੈ ਨਾ। ਜਿਹਾਦ ਤਾਂ ਫਰਜ਼ ਆ, ਜਿਹਾਦ ਤਾਂ ਮੇਰੇ ਤੇ ਤੁਹਾਡੇ ਤੇ ਵੀ ਫਰਜ਼ ਆ। ਮੈਂ ਖੁਦ ਨੂੰ ਵੀ ਕਸੂਰਵਾਰ ਸਮਝਦਾ। ਅਗਰ ਮੈਂ ਨਹੀਂ ਜਿਹਾਦ ਕਰ ਰਿਹਾ, ਤੁਸੀਂ ਨਹੀਂ ਕਰ ਰਹੇ, ਤਾਂ ਫਿਰ ਤੁਹਾਡਾ ਉਂਗਲ ਚੁੱਕਣ ਦਾ ਹੱਕ ਵੀ ਨਹੀਂ ਬਣਦਾ। ਮਸਲਾ ਇਹ ਆ ਕਿ ਇਹ ਦਗੜ ਦਲਿਆਂ ਨੂੰ ਕੰਪਨੀ ਲਾਂਚ ਕਰਦੀ ਹੈ ਕਿ ਤੁਸੀਂ ਜਾ ਕੇ ਜਿੰਨੀ ਹੋ ਸਕਦੀ ਨਾ ਗੰਦ ਫਲਾਉਣ ਦੀ ਕੋਸ਼ਿਸ਼ ਕਰਨੀ ਹੈ। ਲੇਕਿਨ ਮਸਲਾ ਇਹ ਆ ਕਿ ਹਰ ਸ਼ੈ ਜਿਹੜੀ ਹੈ ਨਾ ਪੁੱਠੀ ਕੰਪਨੀ ਉੱਤੇ ਪਾ ਜਾਂਦੀ। ਹੁਣ ਮਲਕੂ ਵਾਲੀ ਗੱਲ ਸੁਣ ਲਓ। ਅੱਛਾ, ਮਲਕੂ ਨੇ ਉਹ ਗਾਣਾ ਗਾਇਆ, ਉਹ ਗਾਣਾ ਖਾਨ ਸਾਹਿਬ ਦੀ ਵਜ੍ਹਾ ਤੋਂ ਫੇਮਸ ਹੋਇਆ। ਉਹ ਮਲਕੂ ਦੀ ਵਜ੍ਹਾ ਤੋਂ ਨਹੀਂ ਫੇਮਸ ਹੋਇਆ ਸੀਗਾ। ਉਹ ਗਾਣੇ ਦੇ ਕੋਈ ਡਾਇਲਾਗ ਵੀ ਏਡੇ ਖਾਸ ਨਹੀਂ, ਸਿਰਫ ਕੀ ਹੈ ਕਿ ਖਾਨ ਲੋਕਾਂ ਦੇ ਦਿਲਾਂ ਦੇ ਵਿੱਚ ਵੱਸਦਾ, ਲੋਕ ਉਹਨੂੰ ਆਪਣਾ ਮੁਰਸ਼ਿਦ ਮੰਨਦੇ ਆ ਤੇ ਜਿਹੜਾ ਬੰਦਾ ਵੀ ਉਹਨੂੰ ਚੰਗੇ ਲਫ਼ਜ਼ਾਂ ਯਾਦ ਕਰਦਾ, ਲੋਕ ਉਹਨੂੰ ਪਲਕਾਂ ਦੇ ਉੱਤੇ ਬਿਠਾ ਲੈਂਦੇ ਆ। ਉਹ ਮਲਕੂ ਵਿਚਾਰਾ ਬਾਹਰ ਜਾ ਰਿਹਾ ਸੀ, ਉਹਨੂੰ ਰੋਕ ਲਿਆ, ਰੋਕ ਕੇ ਉਹਦੇ ਉੱਤੇ ਮੁਕੱਦਮਾ ਕਰ ਦਿੱਤਾ, ਉਹਦਾ ਨਾਮ ECL 'ਚ ਪਾਤਾ। ਅੱਛਾ, ਉਹਨੂੰ ਕਹਿੰਦਾ ਜੀ ਤੂੰ ਉਹੀ ਗਾਣਾ ਹੁਣ ਤੂੰ ਸਾਡੇ ਵਾਸਤੇ ਵੀ ਗਾ। ਅੱਛਾ, ਐਡੇ ਡੰਗਰ ਆ, ਇਹਨਾਂ ਨੇ ਸਮਝਿਆ ਕਿ ਸਾਡੇ ਵਾਸਤੇ ਗਾਣਾ ਗਾਏਗਾ ਤੇ ਸ਼ਾਇਦ ਇਹ ਵੀ ਫੇਮਸ ਹੋ ਜਾਣਗੇ, ਅਸੀਂ ਵੀ ਫੇਮਸ ਹੋ ਜਾਵਾਂਗੇ ਜਿੱਦਾਂ ਉਹਦਾ ਨਾਮ। ਉਹ ਭਾਈ ਉਹ ਮਲਕੂ ਦੀ ਵਜ੍ਹਾ ਤੋਂ ਨਹੀਂ ਫੇਮਸ ਹੋਇਆ। ਉਹ ਖਾਨ ਸਾਹਿਬ ਦੀ ਆਵਾਮ ਦੇ ਨਾਲ ਮੁਹੱਬਤ ਤੇ ਪਿਆਰ ਆਵਾਮ ਦਾ ਖਾਨ ਸਾਹਿਬ ਦੇ ਨਾਲ, ਜਿਹਦੀ ਵਜ੍ਹਾ ਤੋਂ ਗਾਣਾ ਫੇਮਸ ਹੋਇਆ। ਅੱਛਾ, ਜੂੰ ਹੀ ਉਹ ਗਾਣਾ ਬਣਿਆ, ਐਡਵੋਕੇਟ ਅਜ਼ਹਰ ਸਦੀਕ ਜਿਹੜਾ ਮਲਕੂ ਦਾ ਵਕੀਲ ਸੀ, ਉਹਨਾਂ ਕਹਿੰਦਾ ਘੰਟੇ ਤੇ ਚੜ ਮਮੀ ਦੀ ਤਰ੍ਹਾਂ ਕੇਸ ਲੈਣਾ। ਉਹ ਮਲਕੂ ਸਾਹਿਬ ਹੁਣ ਜਿਹੜੇ ਹਨ ਉਹਨਾਂ ਦੇ ਐਲ ਲੱਗ ਗਏ ਤੇ ਰੋਜ਼ ਹਜੇ ਪਤਾ ਨਹੀਂ ਕਿੰਨੇ ਕੁ ਦਗੜ ਦੱਲੇ ਹੋਰ ਆਸਤੀਨ ਦੇ ਸੱਪ ਬਾਕੀ ਆ। ਸ਼ੁਕਰਗੁਜ਼ਾਰ ਹਾਂ ਮੈਂ ਖਾਨ ਸਾਹਿਬ ਦਾ ਕਿ ਉਹਨਾਂ ਦੀ ਵਜ੍ਹਾ ਤੋਂ ਪਤਾ ਨਹੀਂ ਕਿਤਨੇ ਵੱਡੇ ਦਗੜ ਦੱਲੇ ਜਿਹੜੇ ਹਨ ਉਹਨਾਂ ਦੇ ਚਿਹਰੇ ਬੇਨਕਾਬ ਹੋਏ ਇਸ ਕੌਮ ਦੇ ਸਾਹਮਣੇ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹਜੇ ਪਤਾ ਨਹੀਂ ਕਿਤਨਿਆਂ ਦੇ ਵਾਜ਼ੇ ਹੋਣੇ। ਲੇਕਿਨ ਇੱਕ ਗੱਲ ਲੋਹੇ ਤੇ ਲਕੀਰ ਕਿ ਖਾਨ ਸਾਹਿਬ ਨੂੰ ਅੱਲਾ ਨੇ ਉਹ ਕੱਪੜੇ ਦਿੱਤੇ ਆ ਕਿ ਜਿਹੜਾ ਬੰਦਾ ਉਹਦੇ ਉੱਤੇ ਕਿੱਚੜ ਸੁੱਟਦਾ ਨਾ, ਉਹ ਵਾਪਸ ਉਹਦੇ ਉੱਤੇ ਜਾਂਦਾ, ਖਾਨ ਸਾਹਿਬ ਤੇ ਨਹੀਂ ਪੈਂਦਾ। ਵੀਡੀਓ ਨੂੰ ਪਸੰਦ ਆਈ ਹੈ ਤਾਂ ਲਾਈਕ ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਦਿਓ। ਬਹੁਤ ਸ਼ੁਕਰੀਆ।